मोदी सरकार हाय हाय। बैंक विरोधी मोदी इनकलाब जिंदाबाद, इनकलाब जिंदाबाद, जिंदाबाद 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 जिंदाबाद। ਕੇਂਦਰ ਸਰਕਾਰ ਦੀ ਬੈਂਕਾਂ ਦੇ ਨਿੱਜੀਕਰਨ ਨੀਤੀ ਦੇ ਖਿਲਾਫ ਦੇਸ਼ ਭਰ 'ਚ ਬੈਂਕ ਮੁਲਾਜ਼ਮਾਂ ਵੱਲੋਂ ਸਰਕਾਰੀ ਬੈਂਕਾਂ 'ਚੋਂ 2 ਰੋਜ਼ਾ ਹੜਤਾਲ ਕੀਤੀ ਗਈ। मोदी सरकार मुर्दाबाद। प्राइवेटाइजेशन बंद करो। मोदी सरकार हाय हाय। मोदी सरकार मुर्दाबाद। पूंजीपतियों की सरकार मुर्दाबाद। ਪਹਿਲਾਂ ਹੀ ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕ ਬੰਦ ਰਹੇ ਅਤੇ ਹੁਣ ਸੋਮਵਾਰ ਅਤੇ ਮੰਗਲਵਾਰ ਨੂੰ ਬੈਂਕਾਂ ਦੀ ਹੜਤਾਲ ਕਾਰਨ ਲੋਕਾਂ ਦੇ ਬੈਂਕਾਂ ਨਾਲ ਜੁੜੇ ਕੰਮਕਾਜ ਅਤੇ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਬਰਨਾਲਾ ਵਿਖੇ ਵੀ ਬੈਂਕ ਕਰਮਚਾਰੀ ਹੜਤਾਲ ਕਰਦੇ ਨਜ਼ਰ ਆਏ। ਹੜਤਾਲ ਕਰ ਰਹੇ ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਨੂੰ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਨਾ ਚਾਹੁੰਦੀ ਹੈ। ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰਨਾ ਇਸ ਦਾ ਇੱਕ ਹਿੱਸਾ ਹੈ ਜਿਸ ਦਾ ਉਹ ਵਿਰੋਧ ਕਰਦੇ ਨੇ। दिक्कत का सामना करना कुछ तो मंगनेदार नहीं बनेंगे और मेहनत करनी पड़ेगी। ये बारे मैं यही कहना चाहूँगा कि मोदी सरकार को चलदा किया जाए। बस मुलाजमा मैं प्राइवेट रोडवेज का मुलाजमा मैं भी रिटायरमेंट होया वा। पहला इन्होंने सारे सेंट्रल सरकार ने पहला रेलवे कराया रेलवे वाला सेंट्रल सरकार ने रेलवे बंद करी हैगी भी वो प्राइवेट करी गई है। रेलवे दो डिपू रेलवे कर दे पटियाले वाला एक फरीदकोट वाला। बैंक ਦੇ ਵਿੱਚ ਅੱਜ ਪਤਾ ਲੱਗਿਆ ਵੀ ਸਟ੍ਰਾਈਕ ਆ ਔਰ ਉਹਦੇ ਮੁਲਾਜ਼ਮ ਇਕੱਠੇ ਹੋਏ ਆ। ਜਦੋਂ ਇਹਨਾਂ ਨਾਲੇ ਸਟ੍ਰਾਈਕ ਬਾਰੇ ਗੱਲ ਕੀਤੀ ਗਈ ਪਤਾ ਲੱਗਿਆ ਵੀ ਜਿਹੜੀ ਹਿੰਦੁਸਤਾਨ ਸਰਕਾਰ ਆ ਪ੍ਰਾਈਵੇਟੇਸ਼ਨ ਵੱਲ ਵੱਧ ਰਹੀ ਆ ਜਿਹਦਾ ਇਹ ਵਿਰੋਧ ਕਰ ਰਹੇ ਆ। ਇਹਦੇ ਬਿਲਕੁਲ ਇਹਨਾਂ ਦੀ ਗੱਲ ਦਾ ਸਮਰਥਨ ਕਰਨਾ ਚਾਹੀਦਾ ਕਿਉਂਕਿ ਹਿੰਦੁਸਤਾਨ ਸਰਕਾਰ ਆ ਜਿਹੜੀ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ। ਇਹ ਫੇਲ ਹੋ ਗਈ ਚਾਹੇ ਕਿਸਾਨਾਂ ਦੇ ਮਸਲੇ 'ਤੇ ਲਾ ਲਓ ਚਾਹੇ ਕੋਈ ਹੋਰ ਵੀ ਲਾ ਲਓ। ਰੇਲਵੇ ਨੂੰ ਵੀ ਪ੍ਰਾਈਵੇਟ ਵੱਲ ਨੂੰ ਤੱਕ ਰਹੀ ਆ। ਫੂਡ ਸਪਲਾਈ ਆ ਜਿਹੜੀ ਉਹ ਵੀ ਪ੍ਰਾਈਵੇਟ ਵੱਲ ਨੂੰ ਜਾ ਰਹੇ ਆ। ਇਸ ਕਰਕੇ ਜਿਹੜੀ ਇਹਨਾਂ ਦੀ ਜਿਹੜੀ ਆਪਦੀਆਂ ਜ਼ਿੰਮੇਵਾਰੀਆਂ ਸੈਂਟਰ ਸਰਕਾਰ ਦੀਆਂ ਬਣਦੀਆਂ ਨੇ ਉਹ ਤੋਂ ਇੱਕ ਭੱਜਣ ਦਾ ਤਰੀਕਾ ਹੈਗਾ। ਚਾਹੇ ਨੋਟਬੰਦੀ ਹੋਵੇ ਚਾਹੇ ਇਹ ਹੋਵੇ। ਇਹ ਸੈਂਟਰ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ। ਇਹਦਾ ਹਰੇਕ ਭਾਰਤ ਵਾਸੀ ਨੂੰ ਵਿਰੋਧ ਕਰਨਾ ਚਾਹੀਦਾ। ਇਹਦੇ ਨਾਲ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ। ਪਹਿਲਾਂ ਤਾਂ ਅੱਜ ਹੀ ਉਰੋਂ ਸੈਂਕੜੇ ਬੰਦੇ ਮੁੜਨਗੇ ਜਾਂ ਮੁੜ ਕੇ ਜਾਈ ਜਾਂਦੇ ਆ। ਉਹਨਾਂ ਦੇ ਜਿਹੜਾ ਉਹਨਾਂ ਨੇ ਡਰਾਫਟਿੰਗ ਕਰਨੀ ਆ ਹੋਰ ਕਰਨੀ ਆਈ ਚਲਾਈ ਆ ਉਹਦੇ ਉੱਪਰ ਬਹੁਤ ਵੱਡਾ ਅਸਰ ਪਊ। ਹਿੰਦੁਸਤਾਨ ਸਰਕਾਰ ਨੂੰ ਵੀ ਇਹਦਾ ਕਰੋੜਾਂ ਰੁਪਏ ਦਾ ਘਾਟਾ ਪੈਣਾ ਦਾ। ਪਹਿਲਾਂ ਆਪਣਾ ਸ਼ਨੀ ਐਤਵਾਰ ਬੰਦ ਸੀਗਾ ਜੀ। ਅੱਜ ਹੁਣ 2 ਦਿਨ ਦੀ ਫੇਰ ਹੜਤਾਲ ਕਹਿੰਦੇ ਆ ਜੀ। ਪਹਿਲੀ ਗੱਲ ਤਾਂ ਜਿਹੜੇ ਐਸਬੀਆਈ ਸਰਕਾਰੀ ਬੈਂਕਾਂ ਜੀ ਇਹ ਪ੍ਰਾਈਵੇਟ ਕਰੀ ਜਾਂਦੇ ਆ ਜੀ। ਇਹਦੇ ਵਿੱਚ ਸਾਨੂੰ ਆਮ ਲੋਕਾਂ ਨੂੰ ਬਹੁਤ ਸਾਰਾ ਮਤਲਬ ਦਿੱਕਤ ਹੈ ਜੀ। ਹਾਂਜੀ ਹਾਂ ਸਾਰੇ ਲੋਕਾਂ ਨੇ ਹੁਣ ਮੈਂ ਵੀ ਜਿਵੇਂ ਭਦੌੜ ਤੋਂ ਚੱਲ ਕੇ ਆਇਆ ਜੀ। ਹੁਣ ਪਹਿਲਾਂ ਚੱਲ ਕੇ ਆਇਆ ਜੀ ਵਾਪਸ ਜਾਊਂਗਾ ਜੀ। ਹਾਂਜੀ ਡੀਜ਼ਲ ਅੱਗੇ ਬਹੁਤ ਮਹਿੰਗਾ ਹੋਇਆ ਪਿਆ ਜੀ। ਤੁਹਾਨੂੰ ਪਤਾ ਹੀ ਹੈ 91 ਰੁਪਏ ਲੀਟਰ ਆ ਜੀ। ਹੁਣ ਜਾਣ ਦਾ ਬਹੁਤ ਖਰਚਾ ਪੈਂਦਾ ਜੀ। ਹਾਂਜੀ ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਊਗਾ ਜੀ। ਹਾਂਜੀ ਹੁਣ ਜਿਵੇਂ ਅਸੀਂ ਚੱਲ ਕੇ ਆਏ ਹੋਰ ਖਬਰਾਂ ਸ਼ਾਮ ਤੱਕ ਕਿੰਨੇ ਆ ਕੇ ਮੁੜ ਦੇਣਗੇ ਜੀ ਬੈਂਕ 'ਚੋਂ। ਪਹਿਲੀ ਤਾਂ ਬਹੁਤ ਦੁੱਖ ਦੀ ਗੱਲ ਹੈ ਕਿ ਸਾਨੂੰ ਅੱਜ 2 ਦਿਨ ਦੀ ਸਟ੍ਰਾਈਕ ਕਰਨੀ ਪਈ ਹੈ। ਮਜਬੂਰੀ ਦੇ ਵਿੱਚ ਕਰਨੀ ਪਈ ਹੈ। ਇਹ 2 ਦਿਨ ਦੀ ਸਟ੍ਰਾਈਕ ਹੈ 15 ਤੇ 16 ਤਰੀਕ ਦੀ। ਇਹ ਸਾਰੇ ਦੇਸ਼ ਦੇ ਵਿੱਚ ਹੈਗੀ ਹੈ ਅਤੇ ਤਕਰੀਬਨ ਸਾਡੇ 10 ਲੱਖ ਇੰਪਲੋਈ ਨੇ ਜਿਹੜੇ ਹੜਤਾਲ 'ਤੇ ਰਹਿਣਗੇ ਇਹਦੇ ਦੌਰਾਨ ਸਿਰਫ ਸਾਡੀਆਂ ਬ੍ਰਾਂਚਾਂ ਹੀ ਬੰਦ ਰਹਿਣਗੀਆਂ। ਸਾਡੇ ਜਿਹੜੇ ATM ਨੇ ਹੋਰ ਆਲਟਰਨੇਟ ਚੈਨਲ ਨੇ ਉਹ ਸਾਰੇ ਚੱਲ ਰਹੇ ਨੇ ਤਾਂ ਕਿ ਆਮ ਜਨਤਾ ਨੂੰ ਜ਼ਿਆਦਾ ਪਰੇਸ਼ਾਨੀ ਨਾ ਆਵੇ। ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਇਹਦੇ ਵਿੱਚ ਇਹੀ ਹੈ ਕਿ ਜਿਵੇਂ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਬਜਟ 'ਚ ਕਿਹਾ ਹੈ ਜਾਂ ਮੋਦੀ ਸਾਹਿਬ ਦੇ ਬਿਆਨ ਆ ਰਹੇ ਨੇ ਕਿ ਸਾਰਾ ਕੁਝ ਅਸੀਂ ਪ੍ਰਾਈਵੇਟ ਕਰ ਦੇਣਾ, ਸਾਰਾ ਕੁਝ ਅਸੀਂ ਪ੍ਰਾਈਵੇਟ ਨੂੰ ਵੇਚ ਦੇਣਾ ਵੀ ਦੇਸ਼ ਅਸੀਂ ਵੇਚ ਕੇ ਜਾਣਾ ਪੂਰਾ। ਗੌਰਮੈਂਟ ਦੀ ਇਹ ਮਨਸ਼ਾ ਹੈ। ਪਰ ਜਿਹੜੀ ਇਹ PSU ਬਣੀਆਂ ਨੇ ਇਹ ਲੋਕਾਂ ਦੇ ਪੈਸੇ ਨਾਲ ਬਣੀਆਂ ਹੋਈਆਂ ਨੇ। ਇਹ ਹੁਣ ਲੋਕਾਂ ਦਾ ਪੈਸਾ ਸਾਰਾ ਇਹ ਕਾਰਪੋਰੇਟ ਦੇ ਹੱਥ ਦੇ ਵਿੱਚ ਜਾ ਰਿਹਾ ਅਤੇ ਇਹ ਆਉਣ ਵਾਲਾ ਜ਼ਮਾਨਾ ਜਿਹੜਾ ਉਹੀ ਹੈ ਕਿ ਪੂੰਜੀਪਤੀਆਂ ਦਾ ਜ਼ਮਾਨਾ ਹੋ ਜਾਣਾ ਅਤੇ ਆਪਾਂ ਸਾਰੇ ਗੁਲਾਮ ਬਣ ਕੇ ਰਹਿ ਜਾਣਾ। ਸਾਡਾ ਇਹਦੇ ਲਈ ਇੱਕ ਛੋਟਾ ਜਿਹਾ ਸੰਘਰਸ਼ ਹੈ ਅਤੇ ਅਸੀਂ ਇਹਦੇ ਬਾਰੇ ਇਹੀ ਕਹਾਂਗੇ ਕਿ ਆਮ ਲੋਕਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਸਾਡਾ ਸੰਘਰਸ਼ ਹੋਰ ਅੱਗੇ ਵਧੇ। ਕਿਸਾਨ ਜਥੇਬੰਦੀਆਂ ਵੀ ਇਸੇ ਚੀਜ਼ ਦੇ ਖਿਲਾਫ ਹੀ ਸੰਘਰਸ਼ ਲੜ ਰਹੀਆਂ ਨੇ ਕਿਉਂਕਿ ਉਹਨਾਂ ਦਾ ਵੀ ਜਿਹੜਾ ਸਿਸਟਮ ਹੈ ਸਾਰਾ ਉਹ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ। ਜਿਹੜੀ ਸਰਕਾਰੀ ਮੰਡੀਆਂ ਨੇ ਉਹ ਸਰਕਾਰ ਖਤਮ ਕਰਨ ਦੇ ਵਿੱਚ ਲੱਗੀ ਹੋਈ ਹੈ ਕਿ ਕਿਵੇਂ ਸਾਰਾ ਕੁਝ ਕਾਰਪੋਰੇਟ ਨੂੰ ਦੇ ਦਿੱਤਾ ਜਾਵੇ ਅਤੇ ਅਸੀਂ ਵੀ ਉਹਨਾਂ ਦੇ ਨਾਲ ਹੀ ਹਾਂ
ਕਿ ਜਿਵੇਂ ਉਹ ਵੀ ਪ੍ਰਾਈਵੇਟ ਨਹੀਂ ਕਰਨਾ ਚਾਹੁੰਦੇ, ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਵੀ ਪ੍ਰਾਈਵੇਟ ਨਾ ਹੋਵੇ, ਅਸੀਂ ਉਹਨਾਂ ਦੇ ਨਾਲ ਹਾਂ। ਇਹ ਸਾਈਕ ਸਿਰਫ 2 ਦਿਨਾਂ ਵਾਸਤੇ ਹੈ, ਅੱਜ ਤੇ ਕੱਲ 15 ਤੇ 16 ਮਾਰਚ ਦੀ। ਇਹ ਥਰੂ ਆਊਟ ਇੰਡੀਆ ਪੂਰੇ ਹਿੰਦੁਸਤਾਨ ਦੇ ਵਿੱਚ UFB ਵੱਲੋਂ, ਸਾਡੀ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਵੱਲੋਂ ਦੇਸ਼ ਵਿਆਪੀ ਹੜਤਾਲ ਹੈ। ਦੇਸ਼ ਦੇ ਸਾਰੇ ਸਰਕਾਰੀ ਬੈਂਕ 2 ਦਿਨ ਵਾਸਤੇ ਪੂਰਨ ਤੌਰ ਤੇ ਬੰਦ ਰਹਿਣਗੇ। ਕੋਈ ਕੰਮਕਾਜ ਨਹੀਂ ਹੋਏਗਾ, ਕੁਝ ਨਹੀਂ ਹੋਏਗਾ। ਮੰਗਾਂ ਸਾਡੀਆਂ ਇਹ ਪ੍ਰਾਈਵੇਟਾਈਜੇਸ਼ਨ ਰੋਕਣ ਵਾਸਤੇ ਹੈ। ਸਰਕਾਰ ਦੇਸ਼ ਨੂੰ ਵੇਚਣ ਤੇ ਲੱਗੀ ਹੋਈ ਹੈ, ਬੈਂਕ ਵੇਚਣ ਤੇ ਲੱਗੀ ਹੋਈ ਹੈ। ਹੁਣ ਸਰਕਾਰੀ ਬੈਂਕ ਸਾਰੇ ਪ੍ਰਾਈਵੇਟ ਕਰਨ ਨੂੰ ਉਤਾਰੀ ਹੋਈ ਹੈ। ਤਾਂ ਸਾਡਾ ਪੁਰਜ਼ੋਰ ਜ਼ੋਰ ਹੈ ਵੀ ਸਰਕਾਰ ਨੂੰ ਇਸ ਕਦਮ ਤੋਂ ਗੈਰ ਕਾਨੂੰਨੀ ਕਦਮ ਤੋਂ ਰੋਕਿਆ ਜਾਵੇ। ਤੇ ਸਾਰੇ ਸਰਕਾਰੀ ਬੈਂਕਾਂ 'ਚ ਮੁਲਾਜ਼ਮ ਕੁੱਲ 10 ਲੱਖ ਦੀ ਗਿਣਤੀ ਹੈ। 10 ਲੱਖ ਮੁਲਾਜ਼ਮ ਇਸ ਟਾਈਮ ਸਟ੍ਰਾਈਕ ਨੇ। ਨਹੀਂ, ਉੱਦਾਂ ਦੀ ਸੇਵਾਵਾਂ ਅਸੀਂ ਸਾਰੀ ਚਾਲੂ ਰੱਖੀਆਂ ਨੇ, ਉਹ ਬੰਦ ਨਹੀਂ ਕੀਤੀਆਂ। ਫਿਲਹਾਲ ਸਿਰਫ ਬੈਂਕ ਬੰਦ ਹੈ। ਅੱਗੇ ਅਸੀਂ ਸਟ੍ਰਾਈਕ ਵੀ ਇਸ ਤਰ੍ਹਾਂ ਰੱਖਦੇ ਹੁੰਦੇ ਸੀ ਵੀ ਆਮ ਲੋਕਾਂ ਨੂੰ ਦਿੱਕਤ ਨਾ ਆਵੇ। ਇਸ ਵਾਰ ਮਜਬੂਰਨ ਕਰਨੀ ਪਈ ਜੀ। ਹਰ ਵਾਰ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਅਸੀਂ ਬੁੱਧ ਜਾਂ ਵੀਰਵਾਰ ਨੂੰ ਪੂਰੇ ਚੱਲਦੇ ਹਫਤੇ ਦੇ ਵਿੱਚ ਇੱਕ ਦਿਨ ਸਟ੍ਰਾਈਕ ਰੱਖਦੇ ਹਾਂ ਤਾਂ ਕਿ ਆਮ ਬੰਦੇ ਦਾ ਕੰਮ ਨਾ ਰੁਕੇ। ਕਿਉਂਕਿ ਸਾਡੀ ਸਟ੍ਰਾਈਕ ਦਾ ਮਕਸਦ ਸਿਰਫ ਸਰਕਾਰ ਨੂੰ ਚੇਤਾਉਣਾ ਹੁੰਦਾ ਵੀ ਸਾਡੇ 'ਚ ਰੋਸ਼ ਹੈ, ਆਮ ਜਨਤਾ ਨੂੰ ਤੰਗ ਕਰਨਾ ਨਹੀਂ ਹੁੰਦਾ। ਲੇਕਿਨ ਇਸ ਵਾਰ ਸਾਨੂੰ ਸਰਕਾਰ ਨੇ ਮਜਬੂਰ ਕਰਤਾ ਵੀ ਅਸੀਂ 2 ਦਿਨ ਦੀ ਛੁੱਟੀ ਦੇ ਨਾਲ ਸਟ੍ਰਾਈਕ ਰੱਖੀ ਹੈ। ਨਹੀਂ, ਬਹੁਤ ਅੱਛੀ ਗੱਲ ਹੈ ਜੀ, ਬਿਲਕੁਲ ਸਹੀ ਕਦਮ ਉਹਨਾਂ ਦਾ। ਸਰਕਾਰ ਹਰ ਅਦਾਰੇ ਨੂੰ ਧੱਕਾ ਕਰ ਰਹੀ ਹੈ, ਕੋਈ ਅਦਾਰਾ ਇਸ ਤੋਂ ਛੁੱਟਾ ਨਹੀਂ ਹੈਗਾ। ਸਾਰੇ PSUs ਤੁਸੀਂ ਆਪ ਦੇਖ ਰਹੇ ਹੋਵੋਗੇ, ਭੇਲ ਉਹ ਵੇਚ ਰਹੀ ਹੈ, ਭਾਰਤ ਪੈਟਰੋਲੀਅਮ ਵੇਚਤਾ, MTNL BSNL ਸਾਰੇ ਵੇਚਤੇ ਸਰਕਾਰ ਨੇ। ਹੁਣ ਬੈਂਕਾਂ ਦੀ ਵਾਰੀ ਆ ਗਈ, ਕਿਸਾਨਾਂ ਦਾ ਹਾਲ ਆਪਾਂ ਦੇਖ ਹੀ ਰਹੇ ਹਾਂ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ। 10 ਲੱਖ EMPLOYE ਹੈ ਸਾਡੇ ਪੂਰੇ ਭਾਰਤ ਦੀ, ਜਿਹੜੀ ਮਤਲਬ ਕਿ ਫਾਈਨੈਂਸ਼ੀਅਲ ਬੈਰੀਅਰ ਅਸੀਂ ਜਿਹੜੇ ਫਾਈਨੈਂਸ਼ੀਅਲ ਬੈਰੀਅਰ ਅੱਜ ਸਟ੍ਰਾਈਕ ਕਰ ਰਹੇ, ਇਹਦਾ ਸਾਡਾ ਪਬਲਿਕ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਪਬਲਿਕ ਦੀ ਅਸੀਂ ਮਦਦ ਦੇ ਤੌਰ ਤੇ ਸਟ੍ਰਾਈਕ ਕੀਤੀ ਹੈ। ਅਸੀਂ ਤਾਂ ਸਰਕਾਰ ਦੇ ਕੰਨਾਂ 'ਤੇ ਜਿਹੜੀ ਜੂੰ ਨਹੀਂ ਸਿਰ ਕਰੀ, ਉਹਨੂੰ ਦੱਸਣਾ ਚਾਹੁੰਦੇ ਆ ਵੀ ਤੁਸੀਂ ਜਿਹੜੇ ਰਾਹ ਫੜੇ ਹੋਏ ਆ ਦੇਸ਼ ਨੂੰ ਵੇਚਣ ਦੇ, ਇਸ ਫਾਈਨੈਂਸ਼ੀਅਲ ਬੈਰੀਅਰ ਤੁਹਾਡਾ ਇਸ ਚੀਜ਼ ਨੂੰ ਨਹੀਂ ਮੰਨਣ ਲਈ ਤਿਆਰ। ਸਰਕਾਰੀ ਜਿਹੜੇ ਅਦਾਰੇ ਆ ਤੁਸੀਂ ਐਂ ਵੇਚ ਕੇ ਆਮ ਜਨਤਾ ਦੇ ਨਾਲ ਜਿਹੜੀ ਲੁੱਟ ਹੋ ਰਹੀ ਹੈ, ਉਹ ਲੁੱਟ ਨੂੰ ਰੋਕਣ ਵਾਸਤੇ ਇੱਕ ਸਾਰਾ ਪਹਿਲਾ ਸਟੈਪ ਹੈ ਇਹ। ਇਸ ਤੋਂ ਅੱਗੇ ਵੀ ਅਸੀਂ ਇਸ ਐਜੀਟੇਸ਼ਨ ਨੂੰ ਵਧਾਵਾਂਗੇ, ਜਿਵੇਂ ਸਾਡੇ ਜਿਹੜੀ ਉੱਪਰ ਉੱਚ ਪੱਧਰ ਦੀ ਲੀਡਰਸ਼ਿਪ ਆ ਸਾਨੂੰ ਦੱਸੂਗੀ, ਅਸੀਂ ਉਸ ਹਿਸਾਬ ਨਾਲ ਕਰਦੇ ਹੋਏ ਇਸ ਸਟ੍ਰਾਈਕ ਨੂੰ ਹੋਰ ਜੋਸ਼ ਦੇ ਨਾਲ ਅੱਗੇ ਸਰਕਾਰ ਦੇ ਜਿਹੜਾ ਵਿਰੋਧ ਦੇ ਵਿੱਚ ਅਸੀਂ ਖੜ੍ਹੇ ਹਾਂ। ਅਸੀਂ ਤਾਂ ਲੋਕਾਂ ਨੂੰ ਬਚਾਉਣ ਦੇ ਲਈ ਇਹ ਹੜਤਾਲ ਕੀਤੀ ਹੈ। ਸਾਨੂੰ ਲੋਕਾਂ ਦਾ ਵੀ ਕਾਫੀ ਸਹਿਯੋਗ ਹੈ। ਤੁਸੀਂ ਦੇਖ ਰਹੇ ਹੋ ਦੇਸ਼ ਕਿਵੇਂ ਵਿਕਦਾ ਜਾ ਰਿਹਾ ਦਿਨੋਂ ਦਿਨ। ਇਸੇ ਤਰ੍ਹਾਂ ਇਹ ਸਰਕਾਰ ਸਾਰੇ ਜਿਹੜੇ ਫਾਈਨੈਂਸ਼ੀਅਲ ਜਿਹੜੀਆਂ ਇੰਸਟੀਟਿਊਸ਼ਨ ਉਹਨਾਂ ਨੂੰ ਵੇਚਣ ਤੇ ਤੁਲੀ ਹੋਈ ਹੈ, ਅਸੀਂ ਉਹ ਨਹੀਂ ਹੋਣਾ ਦੇਣਾ ਚਾਹੁੰਦੇ, ਇਸ ਲਈ ਇਹ ਸਟ੍ਰਾਈਕ ਕੀਤੀ। ਕੇਂਦਰ ਸਰਕਾਰ ਵੱਲੋਂ ਬੈਂਕਾਂ ਦਾ ਨਿੱਜੀਕਰਨ ਕਰਨ ਦੇ ਵਿਰੋਧ ਵਿੱਚ ਬੈਂਕ ਮੁਲਾਜ਼ਮਾਂ ਦੀ 2 ਦਿਨਾ ਹੜਤਾਲ ਸ਼ੁਰੂ ਹੋ ਗਈ ਹੈ। ਪਟਿਆਲਾ ਵਿਖੇ ਬੈਂਕ ਮੁਲਾਜ਼ਮਾਂ ਨੇ ਨਿੱਜੀਕਰਨ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਿਰ ਕੀਤਾ। ਦੇਸ਼ ਭਰ ਦੇ 10 ਲੱਖ EMPLOYEES ਤੇ ਆਫੀਸਰ ਸਟ੍ਰਾਈਕ ਤੇ ਹੈ। ਸਾਡੀ ਮੁੱਖ ਮੰਗ ਹੈ ਕਿ ਜਿਹੜੀ ਕੇਂਦਰ ਸਰਕਾਰ ਨੇ ਇਹ ਨਵੀਂ ਪਾਲਿਸੀ ਕੱਢੀ ਹੈ ਕਿ ਜਿਹੜੇ ਪਬਲਿਕ ਸੈਕਟਰ ਬੈਂਕ ਆ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰਨ ਜਾ ਰਹੀ ਹੈ ਸਰਕਾਰ, ਅਸੀਂ ਉਹਦਾ ਵਿਰੋਧ ਕਰ ਰਹੇ ਹਾਂ। ਔਰ ਪਿਛਲੇ 25 ਦਿਨ ਤੋਂ ਸਾਡੀ ਦੇਸ਼ ਭਰ ਦੇ ਵਿੱਚ ਐਜੀਟੇਸ਼ਨਾਂ ਚੱਲੀਆਂ, ਅਲੱਗ-ਅਲੱਗ ਜਗ੍ਹਾ ਤੇ ਧਰਨਾ ਲੱਗਿਆ ਹੈ ਔਰ ਪ੍ਰਦਰਸ਼ਨ ਹੋਇਆ। ਅੱਜ 15 ਮਾਰਚ ਔਰ 16 ਮਾਰਚ ਨੂੰ ਪੂਰੇ ਦੇਸ਼ ਦੇ ਸਾਰੇ ਬੈਂਕਾਂ ਦੇ ਵਿੱਚ ਸਟ੍ਰਾਈਕ ਹੈ। ਔਰ ਅਸੀਂ ਬਾਰ-ਬਾਰ ਸਰਕਾਰ ਤੋਂ ਇਹੀ ਮੰਗ ਕਰ ਰਹੇ ਹਾਂ ਕਿ ਜਿਹੜੇ ਪਬਲਿਕ ਸੈਕਟਰ ਬੈਂਕ ਹੈ ਇਹ ਲੋਕਾਂ ਦੀ ਸੇਵਾ ਲਈ, ਆਮ ਬੰਦੇ ਲਈ ਇਹ ਬੈਂਕ ਬਣਾਏ ਗਏ ਸੀਗੇ ਔਰ ਅਸੀਂ ਆਮ ਬੰਦੇ ਦੀ ਸੇਵਾ ਕਰ ਵੀ ਰਹੇ ਹਾਂ। ਔਰ ਜੇ ਇਹਨਾਂ ਨੂੰ ਪ੍ਰਾਈਵੇਟਾਈਜ਼ ਕੀਤਾ ਜਾਂਦਾ ਤਾਂ ਦੇਸ਼ ਦਾ ਜਿਹੜਾ ਆਮ ਨਾਗਰਿਕ ਹੈ ਉਹ ਸਫਲ ਰਹੂਗਾ ਔਰ ਦੇਸ਼ ਦੀ ਜਿਹੜੀ ਇਕਨੋਮੀ ਹੈ ਉਹਦਾ ਮੰਦਭਾਗਾ ਹੋਊਗਾ। ਅੱਜ ਪ੍ਰਦਿਨ ਜਿਹੜੇ ਹੈਗੇ ਬੈਂਕ ਬੰਦ ਰਹਿਣਗੇ, ਕੋਈ ਸਰਵਿਸ ਨਹੀਂ। ਅੱਜ 15 ਮਾਰਚ ਔਰ 16 ਮਾਰਚ ਨੂੰ ਕੰਪਲੀਟ ਸਾਡੀ ਸਟ੍ਰਾਈਕ ਹੈ 2 ਦਿਨਾਂ ਦੀ ਔਰ ਇਹ ਦੇਸ਼ ਭਰ ਦੇ ਬੈਂਕ ਸਾਰੇ 10 ਲੱਖ ਆਫੀਸਰ ਔਰ EMPLOYEE ਅੱਜ ਸਟ੍ਰਾਈਕ ਅੱਜ ਔਰ ਕੱਲ੍ਹ 2 ਦਿਨ। ਲੁਧਿਆਣਾ ਵਿਖੇ ਭਾਰਤ ਨਗਰ ਚੌਂਕ ਵਿੱਚ ਬੈਂਕ ਕਰਮਚਾਰੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ, ਜਿਨ੍ਹਾਂ ਨੇ ਇਸ ਦੌਰਾਨ ਕੇਂਦਰ ਸਰਕਾਰ ਅਤੇ ਕੇਂਦਰੀ ਖਜ਼ਾਨਾ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। बैंक विरोधी नरेंद्र मोदी इनकलाब जिंदाबाद, इनकलाब जिंदाबाद, साडा एक जिंदाबाद जिंदाबाद जिंदाबाद, साडा एक जिंदाबाद जिंदाबाद जिंदाबाद, प्राइवेटाइजेशन नहीं सहोगे नहीं सहोगे। ਬੈਂਕ ਕਰਮਚਾਰੀਆਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਹੌਲੀ-ਹੌਲੀ ਸਾਰੇ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ, ਜਿਸ ਦਾ ਅਸਰ ਆਮ ਲੋਕਾਂ ਤੇ ਪਵੇਗਾ। ਅੱਜ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਦੇ ਸੱਦੇ ਦੇ ਉੱਤੇ, ਜਿਸ ਦੇ ਅੰਦਰ ਹਿੰਦੁਸਤਾਨ ਦੇ तमाम ਵਰਕਮੈਨ ਤੇ ਆਫੀਸਰਸ ਦੀਆਂ 9 ਯੂਨੀਅਨ ਸ਼ਾਮਲ ਨੇ, 10 ਲੱਖ ਤੋਂ ਵੱਧ ਜਿਹੜਾ ਬੈਂਕ ਕਰਮਚਾਰੀ ਉਹ 2 ਦਿਨਾਂ ਦੀ ਹੜਤਾਲ ਤੇ ਗਿਆ, ਕਿਉਂਕਿ ਇਸ ਕੇਂਦਰ ਦੀ ਸਰਕਾਰ ਨੇ ਬਜਟ ਦੇ ਵਿੱਚ 2 ਪਬਲਿਕ ਸੈਕਟਰ ਬੈਂਕਾਂ ਨੂੰ ਪ੍ਰਾਈਵੇਟਾਈਜ਼ ਕਰਨ ਦੀ ਅਨਾਉਂਸਮੈਂਟ ਕੀਤੀ ਹੈ ਔਰ ਪਬਲਿਕ ਸੈਕਟਰ ਬੈਂਕਾਂ ਦੀ ਤੇ ਨਾਲ ਦੂਜੇ ਪਬਲਿਕ ਸੈਕਟਰ ਅਦਾਰਿਆਂ ਦੀ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ, ਟੋਟਲ ਸਾਰੇ ਹਿੰਦੁਸਤਾਨ ਦੇ ਪਬਲਿਕ ਸੈਕਟਰ ਨੂੰ ਔਨ ਸੇਲ ਲਗਾ ਕੇ ਹਿੰਦੁਸਤਾਨ ਦੇ ਆਮ ਲੋਕਾਂ ਨੂੰ ਜਿਹੜਾ ਧੋਖਾ ਦਿੱਤਾ ਜਾ ਰਿਹਾ, ਕਿਉਂਕਿ ਇਹ तमाम ਜਿਹੜਾ ਪਬਲਿਕ ਸੈਕਟਰ ਹੈ ਉਹ ਲੋਕਾਂ ਦੇ ਟੈਕਸ ਦੀ ਬੱਚਤ ਦੇ ਵਿੱਚੋਂ ਇਹ ਕ੍ਰੀਏਟ ਕੀਤਾ ਗਿਆ ਹੈ।
ਬੈਂਕਿੰਗ ਇੰਡਸਟਰੀ ਦੇ ਅੰਦਰ ਜੋ ਕਾਰਪੋਰੇਟ ਜਿਹੜਾ ਕਿ ਵੱਡਾ ਸਰਮਾਏਦਾਰ ਹੈ, ਜਿਨ੍ਹਾਂ ਦੇ ਆਪਣੇ ਨਿੱਜੀ ਬੈਂਕ ਸੀਗੇ 1969 ਦੇ ਅੰਦਰ, ਉਹਨਾਂ ਨੂੰ ਸਿਰਫ ਇਸ ਕਰਕੇ ਰਾਸ਼ਟਰੀਕਰਨ ਕੀਤਾ ਗਿਆ ਕਿਉਂਕਿ ਉਹ ਲੋਕਾਂ ਦੀ ਬਚਤ ਦੀ ਆਪਣੇ ਨਿੱਜੀ ਜੋ ਨਿੱਜੀ ਸਵਾਰਥਾਂ ਦੇ ਲਈ ਇਸਤੇਮਾਲ ਕਰ ਰਹੇ ਸੀਗੇ। ਔਰ ਉਸ ਤੋਂ ਬਾਅਦ ਰਾਸ਼ਟਰੀਕ੍ਰਿਤ ਕਰਨ ਤੋਂ ਬਾਅਦ ਹਿੰਦੁਸਤਾਨ ਦੇ ਅੰਦਰ ਚਾਹੇ ਵਾਈਟ ਰੈਵੋਲੂਸ਼ਨ ਹੋਏ, ਗ੍ਰੀਨ ਰੈਵੋਲੂਸ਼ਨ ਹੋਏ, ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਹੋਏ, ਪਬਲਿਕ ਸੈਕਟਰ ਦੀ ਕ੍ਰੀਏਸ਼ਨ ਹੋਏ, ਇਹ तमाम ਗੱਲਾਂ ਪੋਸੀਬਲ ਹੋਈਆਂ। ਔਰ ਆਮ ਵਿਦਿਆਰਥੀ ਹੋਏ, ਕਿਸਾਨ ਹੋਏ ਔਰ ਛੋਟਾ ਦੁਕਾਨਦਾਰ ਹੋਏ, ਇਹਨਾਂ ਨੂੰ ਜਿਹੜਾ ਲੋਨ ਦੀ ਫੈਸਿਲਿਟੀ ਹੈ ਰਾਸ਼ਟਰੀਕਰਨ ਬੈਂਕਾਂ ਦੇ ਅੰਦਰ ਹੀ ਅਵੇਲੇਬਲ ਹੈ। ਔਰ ਜਿਸ ਦੇ ਨਾਲ ਜਿਹੜੀ ਆਮ ਲੋਕਾਂ ਦੀ ਬਚਤ ਹੈ, ਜਿਸ ਦੇ ਰਾਹੀਂ ਹਿੰਦੁਸਤਾਨ ਦੇ ਆਮ ਡਿਵੈਲਪਮੈਂਟ ਹੋਈ ਹੈ, ਉਸ ਨੂੰ ਜੋਪਾਰਡਾਈਜ਼ ਕਰਨ ਦੇ ਲਈ, ਉਸ ਨੂੰ ਖਤਮ ਕਰਨ ਦੇ ਲਈ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੇ ਵੱਡੇ ਕਾਰਪੋਰੇਟਸ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਲੋਨ ਲੈ ਕੇ ਔਰ ਹਿੰਦੁਸਤਾਨ ਦੇ ਅੰਦਰ ਉਹਨਾਂ ਨੇ तमाम ਜਿਹੜਾ NPA ਕ੍ਰੀਏਟ ਕੀਤੇ, ਅੱਜ ਉਹਨਾਂ ਲੋਕਾਂ ਨੂੰ ਬੈਂਕਾਂ ਦੀ ਡਾਇਰੈਕਟ ਐਕਸੈਸ ਦਿੱਤੀ ਜਾ ਰਹੀ ਹੈ, ਜਿਸ ਦੇ ਵਿੱਚ ਆਮ ਲੋਕਾਂ ਦੀ ਬਚਤ ਨੂੰ ਲੁੱਟਿਆ ਜਾਏਗਾ। ਇਹ ਸਾਡੀ ਬੈਂਕ EMPLOYEES ਦੀ ਕੋਈ ਨਿੱਜੀ ਸਵਾਰਥਾਂ ਲਈ, ਇਕਨੋਮਿਕ ਬੈਨੀਫਿਟ ਦੇ ਲਈ ਹੜਤਾਲ ਨਹੀਂ ਹੈਗੀ ਹੈ। ਅਸੀਂ ਆਪਣੀ ਸੈਲਰੀ ਘਟਾ ਕੇ 2 ਦਿਨਾਂ ਦੀ ਹੜਤਾਲ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ, ਉਹਨਾਂ ਦੀ ਜਿਹੜੀ ਬਚਤ ਨੂੰ ਲੁੱਟਣ ਦਾ ਇਹ ਕਾਰਪੋਰੇਟ ਦਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਰੋਕਣ ਦੇ ਲਈ ਅਸੀਂ ਹੜਤਾਲ ਕਰ ਰਹੇ ਹਾਂ। ਔਰ ਲੋਕਾਂ ਨੂੰ ਵੀ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਿਸ ਕਿਸਮ ਦੇ ਨਾਲ ਕਿਸਾਨ ਲੜ ਰਿਹਾ ਹੈ, ਵਿਦਿਆਰਥੀ ਲੜ ਰਿਹਾ ਹੈ, ਅਨਐਮਪਲੋਇਮੈਂਟ ਹੋਏਗੀ। ਔਰ ਜਿਸ ਕਿਸਮ ਦੇ ਨਾਲ ਅੱਜ ਰਿਜ਼ਰਵੇਸ਼ਨ ਦੀ ਜੇ ਗੱਲ ਕਰੀਏ, ਪ੍ਰਾਈਵੇਟ ਬੈਂਕਾਂ ਦੇ ਅੰਦਰ ਜਾਂ ਪ੍ਰਾਈਵੇਟ ਅਦਾਰੇ ਦੇ ਅੰਦਰ ਕੋਈ ਰਿਜ਼ਰਵੇਸ਼ਨ ਨਹੀਂ ਹੈ। ਪਬਲਿਕ ਸੈਕਟਰ ਨੂੰ ਖਤਮ ਕਰਕੇ तमाम ਗੱਲਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ। ਔਰ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਅਸੀਂ ਹੋਰ ਵੱਡੇ ਪੱਧਰ ਦੇ ਉੱਤੇ ਲੜਾਈ ਕਰਾਂਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।